ਅੰਮ੍ਰਿਤਸਰ ਦੇ ਵਿੱਚ ਇੱਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਗੱਡੀਆਂ ਦੇ ਉੱਤੇ ਨਕਲੀ ਨੰਬਰ ਲਾ ਕੇ ਉਸ ਨੂੰ ਦੂਜੇ ਸ਼ਹਿਰਾਂ 'ਚ ਵੇਚਣ ਦਾ ਕੰਮ ਕਰਦਾ ਸੀ। ਤਾਂ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਗੱਡੀ ਚੋਰੀ ਦੀ ਵਾਰਦਾਤਾਂ ਸਾਹਮਣੇ ਆਉਂਦੀ ਹੈ, ਲੇਕਿਨ ਇੱਕ ਪਹਿਲਾ ਗਿਰੋਹ ਹੈ ਜਿਸ ਦੇ ਵਿੱਚ ਕਿ ਆਇਡੈਂਟੀਫਿਕੇਸ਼ਨ ਹੋਈ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਦੁਕਾਨਾਂ ਤੇ ਵੇਚਿਆ ਜਾਂਦਾ ਸੀ ਤੇ ਉਸ ਦੀ ਨਕਲੀ ਆਰਸੀ ਵੀ ਤਿਆਰ ਕੀਤੀ ਜਾਂਦੀ ਸੀ। ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਡਾਕਟਰ ਦੀ ਗੱਡੀ ਖੋਈ ਗਈ ਸੀ। ਤਾਂ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਗੱਲ ਸਾਹਮਣੇ ਆਈ ਕਿ ਗੱਡੀ 2 ਵਾਰ ਵਿਕ ਚੁੱਕੀ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਸ ਗੱਡੀ ਦੀਆਂ ਨੇ ਕਿ ਜਿਹਨੂੰ ਕਿ ਗਨ ਪੁਆਇੰਟ ਦੇ ਉੱਤੇ ਸਨੈਚ ਕੀਤਾ ਗਿਆ ਸੀ। ਰਾਤ ਨੂੰ 11 ਵਜੇ ਦੇ ਕਰੀਬ ਮਾਹਲ ਚੌਂਕੀ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਇਸ ਗੱਡੀ ਨੂੰ ਸਨੈਚ ਕੀਤਾ ਗਿਆ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਸਵਾਲ ਖੜਾ ਹੋਇਆ ਸੀ, ਆਖਿਰਕਾਰ ਸੁਰੱਖਿਆ ਤੰਤਰ ਕਿੱਥੇ ਹੈ। ਤਾਂ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਗੱਲ ਸਾਹਮਣੇ ਆਈ ਕਿ ਇਸ ਕਾਰ ਦਾ ਨੰਬਰ ਬਦਲ ਕੇ ਇਸ ਨੂੰ ਜਿਹੜਾ ਹੈ ਵੇਚਿਆ ਜਾ ਰਿਹਾ ਸੀ ਔਰ 2 ਜਗ੍ਹਾ ਤੇ ਕਾਰ ਵਿਕ ਚੁੱਕੀ ਸੀ। ਤਾਂ ਉਸ ਤੋਂ ਬਾਅਦ ਜਿਹੜਾ ਖਰੀਦਦਾਰ ਸੀ ਜਿਸਨੇ ਕਾਰ ਖਰੀਦੀ ਸੀ ਉਸ ਨੂੰ ਪਤਾ ਸੀ ਕਿ ਇਹ ਕਾਰ ਚੋਰੀ ਦੀ ਹੈ। ਤਾਂ ਉਸ ਤੋਂ ਬਾਅਦ ਉਸਨੇ ਤਦ ਵੀ ਇਸ ਕਾਰ ਨੂੰ ਖਰੀਦਿਆ। ਲੇਕਿਨ ਇਸ ਗਿਰੋਹ ਦੇ ਤਾਰ ਬਹੁਤ ਲੰਬੇ ਨੇ, ਜਿਹਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਤਾਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ। ਤਾਂ ਗਨ ਪੁਆਇੰਟ ਤੇ ਲੁੱਟੀ ਗਈ ਗੱਡੀ ਦੇ ਮਾਮਲੇ ਦੇ ਵਿੱਚ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤੇ ਇਹਦੇ ਨਾਲ ਇੱਕ ਹੋਰ ਗੈਂਗ ਨੂੰ ਫੜਿਆ ਗਿਆ ਹੈ ਜਿਹੜਾ ਕਿ ਸ਼ਹਿਰ 'ਚ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦਾ ਸੀ। ਤੁਹਾਨੂੰ ਦੋਸ਼ੀ ਦੱਸ ਰਹੇ ਹਾਂ, 3 ਦੋਸ਼ੀ ਜਿਹੜੇ ਤੁਸੀਂ ਦੇਖ ਰਹੇ ਹੋ ਆਪਣੇ ਟੀਵੀ ਸਕਰੀਨ ਦੇ ਉੱਤੇ, ਇਹ ਤਿੰਨੋਂ ਉਹ ਦੋਸ਼ੀ ਨੇ ਜਿਨ੍ਹਾਂ ਨੇ ਕਿ ਗਨ ਪੁਆਇੰਟ ਦੇ ਉੱਤੇ ਇੱਕ ਕਾਰ ਨੂੰ ਸਨੈਚ ਕੀਤਾ ਸੀ, ਜਿਹਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ। ਇੱਕ ਡਾਕਟਰ ਦੀ ਕਾਰ ਸੀ। ਤਾਂ ਵੱਡਾ ਸਵਾਲ ਹੈ ਕਿ 2-3 ਵਾਰ ਇਹ ਕਾਰ ਜਿਹੜੀ ਹੈ ਅੱਗੇ ਵਿਕ ਗਈ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਕਾਬੂ ਕੀਤਾ ਗਿਆ, ਲੇਕਿਨ ਇਹਦੇ ਵਿੱਚ ਇੱਕ ਲੰਬਾ ਨੈਟਵਰਕ ਸਾਹਮਣੇ ਆਇਆ ਹੈ ਕਿ ਕਿਸ ਤਰੀਕੇ ਨਾਲ ਕਾਰਾਂ ਦੀ ਗਲਤ ਅਵੈਧ ਤਰੀਕੇ ਨਾਲ ਖਰੀਦ ਫਰੋਖਤ ਹੁੰਦੀ ਹੈ। ਤੇ 5 ਹੋਰ ਦੋਸ਼ੀ ਕਾਬੂ ਕੀਤੇ ਗਏ ਨੇ ਜੋ ਲੁੱਟਾਂ ਨੂੰ ਅੰਜਾਮ ਦਿੰਦੇ ਸੀ। ਸਾਡੇ ਨਾਲ ਕਮਿਸ਼ਨਰ ਆਫ ਪੁਲਿਸ ਮੌਜੂਦ ਨੇ। ਸਰ, ਇਹ ਕਾਰ ਦਾ ਮੈਟਰ ਬਹੁਤ ਜ਼ਿਆਦਾ ਗਰਮਾਇਆ ਸੀ ਤੇ ਇਹਦੇ ਵਿੱਚ ਕਿਸ ਤਰ੍ਹਾਂ ਕੀ ਡਿਟੇਲਸ ਨੇ ਜਿਹੜੀ ਇਹਦੇ ਵਿੱਚ 3 ਦੋਸ਼ੀ ਫੜੇ ਗਏ ਨੇ? ਹਾਂਜੀ, ਕੀ ਦੋਸ਼ੀ ਨੇ ਸਰ ਇਹਦੇ ਵਿੱਚ? ਹਾਂਜੀ, ਇਹਦੇ 'ਚ ਦੇਖੋ 3 ਜਾਣੇ ਅਸੀਂ ਗ੍ਰਿਫਤਾਰ ਕੀਤੇ ਹੈਗੇ ਆ। ਇੱਕ ਨਾਕੇ ਤੇ ਇਨਫੋਰਮੇਸ਼ਨ ਆਈ ਸੀ ਤੇ ਰਣਜੀਤ ਐਵਨਿਊ ਤੇ ਕੰਟੋਨਮੈਂਟ ਪੁਲਿਸ ਨੇ ਇਹ ਚੰਗਾ ਕੰਮ ਕੀਤਾ ਹੈਗਾ। ਉਹਦੇ 'ਚ ਇੱਕ ਜਣਾ ਸਕਾਈ ਲਵ ਕਰਕੇ ਅਰੈਸਟ ਕੀਤਾ, ਮਨਮੋਹਿਤ ਦੀਪ ਤੇ ਜਸਪਾਲ ਮਸੀਹ। ਇਹਨਾਂ ਨੇ ਪਿੱਛੋਂ ਗੱਡੀ ਲਈ, ਉਹਨਾਂ ਨੇ ਸਨੈਚ ਕੀਤੀ ਗੱਡੀ, ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਹੈਗਾ, ਵੈਰੀਫਾਈ ਹੋ ਗਿਆ ਕਿਹੜੇ ਬੰਦੇ ਸੀ, ਕਿਹੜੇ ਸਰਗਨਾ ਸੀ, ਕੌਣ ਸੀਗੇ। ਉਹ ਮੈਂ ਸਮਝਦਾ ਕਿ ਉਹ ਵੀ ਬੰਦੇ ਫੜੇ ਜਾਣਗੇ। 3 ਜਾਣੇ ਅਸੀਂ ਆਲਰੇਡੀ ਇਹਦੇ 'ਚ ਫੜ ਲਏ ਹੈ। ਇਹ ਜਿਹੜੀ ਗੱਡੀ ਸੀ ਇਹ ਮਾਲ ਬਾਈਪਾਸ ਅੰਮ੍ਰਿਤਸਰ 20 ਤਰੀਕ ਨੂੰ 20 ਅਗਸਤ ਨੂੰ ਇਹ ਖੋਈ ਗਈ ਸੀ ਰਾਤ ਨੂੰ 11:15 ਵਜੇ। ਸਰ, ਇਹ ਗੱਡੀ ਕਿੰਨੀ ਕੁ ਜਗ੍ਹਾ ਤੇ ਵਿਕੀ ਹੈ? ਦੇਖੋ, ਇਹ ਗੱਡੀ ਸਨੈਚ ਹੋ ਕੇ ਇੱਕ ਜਗ੍ਹਾ ਤੇ ਵਿਕੀ ਹੈ ਫਿਲਹਾਲ ਜੋ ਪਤਾ ਲੱਗਿਆ। ਚੋਰ ਆਇਡੈਂਟੀਫਾਈ ਹੋ ਗਏ ਹੈ ਤੇ ਉਹਨਾਂ ਨੂੰ ਵੀ ਆਪਾਂ ਕਾਫੀ ਜਲਦੀ ਮਿਲਣਾ। ਜਿਸ ਬੰਦੇ ਨੇ ਗੱਡੀ ਖਰੀਦੀ ਉਹਨੂੰ ਨਹੀਂ ਸੀ ਪਤਾ, ਮਤਲਬ ਉਹਨੂੰ ਵੀ ਤਾਂ ਪਤਾ ਹੀ ਹੋਏਗਾ ਕਿ ਚੋਰੀ? ਬਿਲਕੁਲ, ਉਹ ਪਤਾ ਸੀ, ਇਸੇ ਕਰਕੇ ਇਹ ਦੋਸ਼ੀ ਹੈਗੇ। ਹਾਂਜੀ। ਤੇ ਸਰ, ਹੁਣ ਇਹਨਾਂ ਦੇ ਉੱਤੇ ਕੋਈ ਪਹਿਲੇ ਮਾਮਲੇ ਦਰਜ ਨੇ ਜੀ? ਇਹਨਾਂ ਦੇ ਉੱਤੇ ਪਹਿਲੇ ਮਾਮਲੇ ਨਹੀਂ ਦਰਜ ਹੈਗੇ। ਜਿਹੜਾ ਵਿਸ਼ਾਲ ਕੱਟੂ ਕਰਕੇ ਹੈ ਜੋ ਮੇਨ ਦੋਸ਼ੀ ਹੈ, ਉਹਦੇ ਤੇ 5 ਮਾਮਲੇ ਆਲਰੇਡੀ ਦਰਜ ਹੈਗੇ। ਤੇ ਗੱਡੀਆਂ ਦੀ ਖਰੀਦ ਫਰੋਖਤੀ ਕਰਦੇ? ਬਿਲਕੁਲ, ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਜੋ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਜੋ ਕਿ ਪੈਨਿਕ ਕ੍ਰੀਏਟ ਕਰਦੀਆਂ, ਮੇਰੇ ਹਿਸਾਬ ਨਾਲ ਇਹ ਜਿਹੜੀਆਂ ਲੀਡਸ ਮਿਲੀਆਂ ਇਸ ਤੋਂ ਬਾਅਦ ਕਾਫੀ ਸ਼ਾਂਤੀ ਦਾ ਮਾਹੌਲ ਇਸ ਪਾਰਟਿਕੂਲਰ ਆਸਪੈਕਟ ਤੇ ਬਹੁਤ ਚੰਗਾ ਕੰਮ ਹੋਇਆ। ਤਾਂ ਹੋਰ ਵੀ ਇਹਨਾਂ ਦੇ ਕੋਈ ਜਿਹੜੇ ਹੋਰ ਵੀ ਗੈਂਗ ਮੈਂਬਰਸ ਨੇ ਇਹਨਾਂ ਦੇ ਨਾਲ? ਇਹਨਾਂ ਦੇ ਜਿਹੜੇ ਗੈਂਗ ਮੈਂਬਰ ਦੇ ਜੀ, ਇੱਕ ਮੋਹਨ ਭੰਡਾਰੀਆ ਕਰਕੇ, ਹਿੰਮਤ ਮੋਹਨ ਭੰਡਾਰੀਆ ਤੇ ਹੋਰ ਕਰਨ ਹੈ, ਅਰਜੁਨ ਹੈ ਤੇ ਅੰਕੁਰ ਹੈ, ਇਹ ਸਾਡੇ ਧਿਆਨ ਦੇ ਵਿੱਚ ਆਏ ਹੈਗੇ ਆ। ਸਰ, ਜਿਹੜੇ ਬਾਕੀ ਹੋਰ 5 ਦੋਸ਼ੀ ਹੈ ਇਹਨਾਂ ਦੇ ਉੱਤੇ ਕੀ ਇਲਜ਼ਾਮ? ਦੇਖੋ, ਇਹ ਛੋਟੀਆਂ ਵਾਰਦਾਤਾਂ ਕਰਦੇ ਹੈਗੇ ਆ, ਪਰ ਲੋਕਲ ਮੁਹੱਲਾ ਲੈਵਲ ਤੇ ਭੀੜ ਭੜਾਕੇ ਵਾਲੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਆਪਣੇ ਆਪ 'ਚ ਬੜੀਆਂ ਵੱਡੀਆਂ ਹੁੰਦੀਆਂ ਤੇ ਉਹ ਮੋਟੀਵੇਟ ਕਰਦੀਆਂ ਵੱਡੇ ਗੈਂਗਸਟਰਸ ਨੂੰ ਤੇ ਵੱਡੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲਿਆਂ ਨੂੰ ਕਿ ਇਸ ਏਰੀਆ ਦੇ ਵਿੱਚ ਆ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ। ਤਾਂ ਸਾਡਾ ਨਿਸ਼ਾਨਾ ਇਹ ਹੈ ਕਿ ਪੈਟੀ ਆਫੈਂਸਿਸ ਨੂੰ ਅਸੀਂ ਕੰਟਰੋਲ ਕਰੀਏ ਤਾਂ ਕਿ ਜਿਹੜੇ ਵੱਡੇ ਆਫੈਂਸਿਸ ਹੈ ਉਹ ਉਹਨਾਂ ਦੇ ਨਾਲ ਆਪਣੇ ਆਪ ਰੁਕ ਸਕਣ। ਤਾਂ ਛੋਟੇ ਆਫੈਂਸਿਸ ਇਹ ਕਰਦੇ ਆ, ਜਿਵੇਂ ਕਿ ਮੋਬਾਈਲ ਫੋਨ ਸਨੈਚਿੰਗ ਹੋ ਗਈ ਜਾਂ ਮੋਟਰਸਾਈਕਲ ਥੈਫਟ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਕਰਦੇ ਹੈਗੇ। ਸਰ, ਇੱਕ ਤੁਸੀਂ ਮਾਸਟਰ ਪਲਾਨ ਦੱਸਿਆ ਅੰਮ੍ਰਿਤਸਰ ਦੀ ਸਿਕਿਉਰਿਟੀ ਵਾਸਤੇ, ਡਰੋਨ ਪਾਲਿਸੀ ਜਾਂ ਉਹ ਕੀ ਚੀਜ਼ ਹੈ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਪੁਲਿਸਿੰਗ ਨਜ਼ਰ ਆਏ? ਦੇਖੋ, ਅਸੀਂ ਚਾਹੁੰਦੇ ਹਾਂ ਕਿ ਸਮਾਰਟ ਪੁਲਿਸਿੰਗ ਵੱਧ ਤੋਂ ਵੱਧ ਇੰਪਲੀਮੈਂਟ ਕੀਤੀ ਜਾ ਸਕੇ। ਇਹ ਜਿਹੜਾ ਟਾਈਮ ਹੈ, ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਸ ਵੀ ਹੈਗੀਆਂ, ਉਸ ਤੋਂ ਪਹਿਲਾਂ ਵੀ ਸੈਂਸਿਟਿਵ ਟਾਈਮ ਹੈ ਕਿਉਂਕਿ ਫੈਸਟਿਵ ਸੀਜ਼ਨ ਵੀ ਆ ਰਿਹਾ ਹੈਗਾ। ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਡਰੋਨਸ ਦੇ ਰਾਹੀਂ ਵੀ ਮੋਨੀਟਰਿੰਗ ਹੋ ਸਕੇ ਸ਼ਹਿਰ ਦੇ ਵਿੱਚ, ਜਿੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਜਾਂ ਕ੍ਰਾਈਮ ਹੌਟ ਸਪੌਟਸ ਹੈ ਉਹਨਾਂ ਨੂੰ ਮੋਨੀਟਰ ਕੀਤਾ ਜਾ ਸਕੇ। ਸਮਾਰਟ ਨਾਕੇ ਲਗਾਏ ਜਾਣ। ਸਮਾਰਟ ਨਾਕੇ ਅਸੀਂ ਆਲਰੇਡੀ ਸ਼ੁਰੂ ਕਰ ਦਿੱਤੇ ਹੈਗੇ, ਜਿਹਦੇ ਵਿੱਚ ਕਿ ਕ੍ਰਿਮੀਨਲਸ ਨੂੰ ਨਾਕਿਆਂ ਤੇ ਆਇਡੈਂਟੀਫਾਈ ਕੀਤਾ ਜਾਂਦਾ ਸਾਡੇ ਸੌਫਟਵੇਅਰ ਦੇ ਥਰੂ, ਉਹਨਾਂ ਦੀ
ਆਇਡੈਂਟੀਫਿਕੇਸ਼ਨ ਫਿਰ ਅਸੀਂ ਕੰਟਰੋਲ ਰੂਮ ਤੇ ਭੇਜਦੇ ਹਾਂ ਤੇ ਜੇ ਉਹਨਾਂ ਦੇ ਖਿਲਾਫ ਕੋਈ ਪਰਚਾ ਹੁੰਦਾ ਤਾਂ ਫਿਰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਵੀ ਕੀਤਾ ਜਾਂਦਾ। ਡਰੋਨਸ ਦੇ ਨਾਲ ਕਿਸ ਤਰੀਕੇ ਨਾਲ ਕਿਹੜੇ ਇਲਾਕੇ ਕੋਈ ਸਪੈਸੀਫਾਈ ਕੀਤੇ ਗਏ ਨੇ ਜਿੱਥੇ ਡਰੋਨਸ ਉਡਾਏ ਜਾਣਗੇ ਤਾਂ ਕਿ ਜਿਹੜਾ ਲੋਕਾਂ ਬਾਰੇ ਪਤਾ ਚੱਲ ਸਕੇ? ਦੇਖੋ, ਜਿੰਨੇ ਵੀ ਅਸੀਂ ਕ੍ਰਾਈਮ ਦੇ ਰਿਗਾਰਡਿੰਗ ਹੌਟਸਪੌਟਸ ਆਇਡੈਂਟੀਫਾਈ ਕਰ ਰਹੇ ਹੈਗੇ ਆ, ਪਹਿਲਾਂ ਤਾਂ ਉਹਨਾਂ ਨੂੰ ਮਾਰਕ ਕਰਨ ਦੀ ਲੋੜ ਹੈਗੀ ਹੈ, ਮੈਪਿੰਗ ਕਰਨ ਦੀ ਲੋੜ ਹੈ ਕਿ ਕਿਹੜੀਆਂ ਉਹ ਲੋਕੇਸ਼ਨਸ ਹੈ ਜਿੱਥੇ ਵੱਧ ਤੋਂ ਵੱਧ ਵਾਰਦਾਤਾਂ ਕਿਹੜੇ ਟਾਈਮ ਤੇ ਹੁੰਦੀਆਂ, ਸ਼ਾਮ ਨੂੰ ਹੁੰਦੀਆਂ, ਦਿਨੇ ਹੁੰਦੀਆਂ, ਦੁਪਹਿਰੇ ਹੁੰਦੀਆਂ। ਫਰਜ਼ ਕਰੋ ਸ਼ਾਮ ਨੂੰ 6 ਤੋਂ 9 ਦੇ ਵਿੱਚ ਸੈਂਸਿਟਿਵ ਟਾਈਮ ਹੈ ਕੋਈ ਪਾਰਟਿਕੂਲਰ ਲੋਕੇਸ਼ਨ ਤੇ, ਫਿਰ ਅਸੀਂ ਉਹ ਮੈਪ ਕਰਾਂਗੇ ਕਿ ਆ ਫਲਾਣੀ ਲੋਕੇਸ਼ਨ ਤੇ ਜ਼ਿਆਦਾ ਵਾਰਦਾਤਾਂ, ਇਹਦੀ ਫ੍ਰੀਕੁਐਂਸੀ ਜ਼ਿਆਦਾ ਹੈਗੀ ਹੈ। ਉਸ ਹਿਸਾਬ ਨਾਲ ਫਿਰ ਉਹ ਇੱਕ ਸਾਈਕੋਲੋਜੀਕਲ ਦਬਾਅ ਵੀ ਹੈ, ਪਲੱਸ ਇੱਕ ਉਹ ਸੀਸੀਟੀਵੀ ਕੈਮਰੇ ਦਾ ਵੀ ਕੰਮ ਕਰਦਾ ਹੈ ਤਾਂ ਕਿ ਅਸੀਂ ਉਹਨੂੰ ਜਿਹੜਾ ਮਾੜਾ ਅਨਸਰ ਹੈ ਉਹਨੂੰ ਆਇਡੈਂਟੀਫਾਈ ਕਰ ਸਕੀਏ। ਇਸ ਤਰ੍ਹਾਂ ਦਾ ਪਹਿਲਾ ਸ਼ਹਿਰ ਹੋਏਗਾ ਅੰਮ੍ਰਿਤਸਰ ਜਿੱਥੇ ਇਸ ਤਰ੍ਹਾਂ ਦੀ ਮੈਪਿੰਗ ਜਿਹੜੀ ਹੋਏਗੀ ਜਾਂ ਇਸ ਤਰ੍ਹਾਂ ਦੀ ਸਰਵੇਲੈਂਸ ਕੀਤੀ ਜਾਏਗੀ? ਨਹੀਂ, ਕਾਫੀ ਸ਼ਹਿਰ ਪਹਿਲਾਂ ਹੈਗੇ ਹੈ, ਮਤਲਬ ਇੰਡੀਆ 'ਚ ਵੀ ਬਹੁਤ ਸ਼ਹਿਰ ਇਸ ਤਰ੍ਹਾਂ ਦੇ ਆਲਰੇਡੀ ਹੈਗੇ ਹੈ, ਕਮਿਸ਼ਨਰੇਟਸ ਹੈਗੇ ਹੈ, ਡਿਸਟ੍ਰਿਕਟਸ ਹੈਗੇ ਹੈ, ਟਾਊਨਸ ਹੈਗੇ ਹੈ, ਸਿਟੀਜ਼ ਹੈ ਜਿੱਥੇ ਕਿ ਇਸ ਤਰ੍ਹਾਂ ਦੀ ਮੈਪਿੰਗ ਆਲਰੇਡੀ ਹੋ ਰਹੀ ਹੈ। ਅਸੀਂ ਸਿਰਫ ਇਹਨੂੰ ਰੈਪਲੀਕੇਟ ਕਰ ਰਹੇ ਹਾਂ। ਤੇ ਕਦੋਂ ਤੱਕ ਸਰ ਜ਼ਮੀਨੀ ਪੱਧਰ ਤੇ ਆਉਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਸਕਦੀ? ਦੇਖੋ, ਕਈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਸੀਂ ਆਲਰੇਡੀ ਇੰਪਲੀਮੈਂਟ ਕਰ ਚੁੱਕੇ ਹਾਂ, ਉਹਦੇ ਰਿਗਾਰਡਿੰਗ ਵੀ ਮੈਂ ਦੱਸ ਚੁੱਕਿਆ। ਜਿਹੜੇ ਡਰੋਨਸ ਵਗੈਰਾ ਹੈਗੇ ਆ ਉਹ ਅਸੀਂ ਹਜੇ ਪ੍ਰੋਕਿਊਰ ਕਰਨੇ ਆ ਜਾਂ ਹਾਇਰ ਕਰਨੇ ਆ। ਉਹਦੇ ਅਕੋਰਡਿੰਗਲੀ ਪਹਿਲਾਂ ਅਸੀਂ ਇੱਕ ਪਾਇਲਟ ਬੇਸਿਸ ਤੇ ਇਹਨੂੰ ਚਲਾਵਾਂਗੇ, ਫਿਰ ਹੌਲੀ ਹੌਲੀ ਇਹਨੂੰ ਕਿਸ ਤਰ੍ਹਾਂ ਇਹ ਸਕਸੈਸਫੁਲ ਹੁੰਦਾ ਹੈ ਉਹਦੀ ਫੀਡਬੈਕ ਲੈ ਕੇ, ਇੱਕ ਪਬਲਿਕ ਦਾ ਵਿਊ ਪੁਆਇੰਟ ਵੀ ਲੈ ਕੇ ਤੇ ਫਿਰ ਇਹਨੂੰ ਅੱਗੇ ਇੰਪਲੀਮੈਂਟ ਕਰਾਂਗੇ। ਮੰਤਰੀ ਸਾਹਿਬ ਦੇ ਆਸ-ਪਾਸ ਵੀ ਕਾਫੀ ਚੋਰੀਆਂ ਹੁੰਦੀਆਂ ਜਿਹੜੇ ਪੈਟੀ ਕ੍ਰਾਈਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨੂੰ ਸੋਲਵ ਕਰਨਾ ਜ਼ਰੂਰੀ ਹੈ, ਉੱਥੇ ਵੀ ਉਡਾਏ ਜਾਣ? ਬਿਲਕੁਲ, ਇਹ ਬਹੁਤ ਹੀ ਵਾਜਿਬ ਤੁਹਾਡਾ ਸਵਾਲ ਹੈ। ਮੈਂ ਉਸੇ ਗੱਲ ਤੇ ਆ ਰਿਹਾ ਸੀ ਕਿ ਉਹ ਬਹੁਤ ਹੀ ਸੈਂਸਿਟਿਵ ਏਰੀਆ ਹੈਗਾ ਤੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਦਰਬਾਰ ਸਾਹਿਬ ਦੇ ਆਸੇ-ਪਾਸੇ ਵੀ ਸਰਵੇਲੈਂਸ ਬਹੁਤ ਜ਼ਰੂਰੀ ਹੈ, ਮਾੜੇ ਅਨਸਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਦਰਬਾਰ ਸਾਹਿਬ ਦੇ ਆਸੇ-ਪਾਸੇ ਵੀ ਅਸੀਂ ਇਹ ਸਾਰੀ ਚੀਜ਼ ਇੰਪਲੀਮੈਂਟ ਕਰਨ ਦੀ ਸੋਚ ਰਹੇ ਹਾਂ। ਤਾਂ ਅਸੀਂ ਅੰਮ੍ਰਿਤਸਰ ਦੇ ਕਮਿਸ਼ਨਰ ਵਿਕਰਮਜੀਤ ਦੁੱਗਲ ਜਿਨ੍ਹਾਂ ਨੇ ਇੱਕ ਜਾਣਕਾਰੀ ਦਿੱਤੀ ਜਿੱਥੇ ਕਿ ਇੱਕ ਕਾਰ ਜਿਹੜੀ ਸਨੈਚ ਹੋਈ ਸੀ ਗਨ ਪੁਆਇੰਟ ਤੇ ਡਾਕਟਰ ਕੋਲੋਂ, ਜਿਹਦੀ ਕਿ ਚਰਚਾ ਬਹੁਤ ਜ਼ਿਆਦਾ ਸੀ ਕਿਉਂਕਿ ਸ਼ਾਮ ਵੇਲੇ ਜਦੋਂ ਆਪਣੇ ਇੱਕ ਬੱਚੇ ਦੇ ਨਾਲ ਉਹ ਜਾ ਰਹੇ ਸੀ ਤਾਂ ਉਸ ਵੇਲੇ ਕਾਰ ਸਨੈਚ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਹੈ। ਤਾਂ 2 ਵਾਰੀ ਕਾਰ ਵਿਕ ਚੁੱਕੀ ਸੀ ਤਾਂ ਉਸ ਕਾਰ ਨੂੰ ਬਰਾਮਦ ਕੀਤਾ ਗਿਆ ਤੇ 3 ਦੋਸ਼ੀ ਕਾਬੂ ਕੀਤੇ ਗਏ ਨੇ। ਤੇ ਇਹਦੇ ਨਾਲ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਡਰੋਨ ਉੜਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਔਰ ਜਿਹੜੇ ਐਸੇ ਇਲਾਕੇ ਨੇ ਜਿੱਥੇ ਕਿ ਖਾਸ ਕਰਕੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ, ਜਿੱਥੇ ਕਿ ਵਾਰਦਾਤਾਂ ਬਹੁਤ ਹੁੰਦੀਆਂ, ਹੁਣ ਉੱਥੇ ਪੱਕੇ ਤੌਰ ਤੇ ਕੁਝ ਸਮੇਂ ਵਾਸਤੇ ਡਰੋਨ ਉਡਾਏ ਜਾਣਗੇ ਤਾਂ ਕਿ ਦੋਸ਼ੀਆਂ ਦੀ ਪਛਾਣ ਕਰਕੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਤਾਂ ਇਹ ਇੱਕ ਨਵੀਂ ਪਾਲਿਸੀ ਜਿਹੜੀ ਹੈ ਸਾਹਮਣੇ ਆ ਰਹੀ ਹੈ। ਤਾਂ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਅੰਮ੍ਰਿਤਸਰ 'ਚ ਡਰੋਨ ਉੜਦੇ ਨਜ਼ਰ ਆਉਣਗੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।